पूरे संसार के फैली हुई है। उसनूं लैके खास करके पंजाब की गल करेंगे, पंजाब तो बाद असीं मोगे जिले की गल करांगे, जिथे मोगा जिला पिछले साल भी ते इस साल दे विच भी काफ़ी हद तक जिहड़ा सेफ नज़र आउंदा ते इस टाइम काफ़ी घੱਟ आम जिले नालों जिहड़े इत्थों करोना पॉजिटिव लोग जिहड़े पाए गए हैं। तो ये संबंध दे विच असीं अज मोगा के डिप्टी कमिश्नर श्री संदीप महान जी उन्होंने गलबात करांगे ते एक इस संबंध भी गलबात करांगे जिहड़ा पिछले दिनी एक झक्खड़ आया हैगा ते लोकां दा कुछ नुकसान होया ते उहदे संबंध विच सरकार दी गां की प्रोग्राम बनाया गया, वो लोगों का जरा की उन्होंने पुछ के भी उन्होंने किस तरह मदद की जाऊगी। तो मैं डी साहब जिवें अपने मोगा जिले की गल हैगी आ, खास करके कोविड नूं लैके अपने की पोजीशन है? जे मैं मोगे ज़िले की गल करा तो पिछले साल नाल आपां जे कंपेयर करिए, जदों ये कोविड महामारी की शुरुआत हुई सी उस वेले असी एक जिहड़ी एक भयानक जिहड़ी एक पेंडेमिक है, ये बिल्कुल कंसैप्ट जिहड़ा नवां सीगा। इहदे बारे कोई भी नहीं सी चंगी तरह जानदा, ना डॉक्टर जानते सी, ना माहर जानते सीगे, ना साइंसदान हजे प्रॉपरली इहदे बारे उन्हां नूं कोई नॉलेज सीगी। ਅਤੇ ਸਰਕਾਰਾਂ ਵਾਸਤੇ ਔਰ ਐਡਮਿਨਿਸਟ੍ਰੇਸ਼ਨ ਵਾਸਤੇ ਤਾਂ ਬਿਲਕੁਲ ਹੀ ਇਹ ਸਬਜੈਕਟ ਜਿਹੜਾ ਹੈਗਾ ਇਹ ਬਿਲਕੁਲ ਹਟ ਕੇ ਸੀ। ਸੋ ਉਦੋਂ ਅਸੀਂ ਇਹਨੂੰ ਹੌਲੀ ਹੌਲੀ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਸਮਝਿਆ ਔਰ ਲੋਕਾਂ ਨੂੰ ਜਿਹੜਾ ਹੈ ਉਸ ਵੇਲੇ ਹੈਲਥ ਫੈਸਿਲਿਟੀਜ਼ ਵੀ ਦਿੱਤੀਆਂ। ਜਿਹੜੇ ਕੇਸ ਹੌਲੀ ਹੌਲੀ ਪੋਜ਼ਿਟਿਵ ਆਉਣੇ ਸ਼ੁਰੂ ਹੋ ਗਏ ਉਹਨਾਂ ਨੂੰ ਹਾਊਸ ਘਰਾਂ ਵਿੱਚ ਜਿਹੜਾ ਇਕਾਂਤਵਾਸ ਵਿੱਚ ਵੀ ਰੱਖਿਆ। ਅਤੇ ਇਹ ਦੇਖਦਿਆਂ ਇਹ ਤਕਰੀਬਨ ਜਿਹੜਾ ਹੈਗਾ ਇੱਕ ਵਾਰੀ ਤਾਂ ਜਦੋਂ ਆਪਾਂ ਮਹਿਸੂਸ ਕੀਤਾ ਕਿ ਦਸੰਬਰ ਦੇ ਵਿੱਚ ਜਾ ਕੇ ਇਹ ਕੇਸ ਜਿਹੜੇ ਹੈ ਬਹੁਤ ਘੱਟ ਗਏ ਸੀਗੇ, ਬਿਲਕੁਲ ਹੀ ਮਤਲਬ ਅਸੀਂ ਬੇਧਿਆਨੇ ਹੋ ਗਏ ਸੀਗੇ। ਲੇਕਿਨ ਮੁੜ ਕੇ ਦੁਬਾਰਾ ਇਹ ਜਦੋਂ ਫੇਰ ਹੁਣ ਜਾ ਕੇ ਇਹ ਮਾਰਚ ਵਿੱਚ ਇਹ ਕੇਸ ਵਧਣੇ ਸ਼ੁਰੂ ਹੋਏ ਤੇ ਇਹ ਮਹਿਸੂਸ ਕੀਤਾ ਗਿਆ ਕਿ ਜਿਹੜਾ ਹੁਣ ਵਾਲਾ ਸਟ੍ਰੇਨ ਹੈਗਾ ਇਹ ਪਹਿਲਾਂ ਨਾਲੋਂ ਜ਼ਿਆਦਾ ਘਾਤਕ ਹੈਗਾ, ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਹੈਗਾ। ਤੇ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਤੇ ਅੱਜ ਦੀ ਡੇਟ ਵਿੱਚ ਜੇ ਹੁਣ ਤਾਈਂ ਜਿਹੜਾ ਹੈ ਆਪਣੇ ਮੋਗਾ ਜ਼ਿਲ੍ਹੇ ਦੀ ਆਪਾਂ ਗੱਲ ਕਰੀਏ ਤੇ ਪੋਜ਼ਿਟਿਵ ਕੇਸ ਜਿਹੜੇ ਕੁੱਲ ਪੋਜ਼ਿਟਿਵ ਕੇਸ 8135 ਆਏ ਹਨ, ਜਿਨ੍ਹਾਂ ਵਿੱਚ ਅੱਜ ਦੀ ਡੇਟ ਵਿੱਚ ਐਕਟਿਵ ਕੇਸ ਹੈਗੇ ਜਿਨ੍ਹਾਂ ਨੂੰ ਅੱਜ ਦੀ ਡੇਟ 'ਚ ਪੋਜ਼ਿਟਿਵ ਹੈ ਉਹ 481 ਦੇ ਕਰੀਬ ਹੈਗੇ ਆ। ਕੁਛ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਅਵੇਟਡ ਨੇ। ਤੇ ਪਿਛਲੇ ਸਾਲ ਔਰ ਅੱਜ ਦੇ ਇਸ ਸਾਲ ਦੀਆਂ ਜੇ ਆਪਾਂ ਫਿਗਰ ਬਣਾ ਕੇ ਚੱਲੀਏ ਤੇ ਹੁਣ ਤਾਈਂ ਜਿਹੜਾ ਹੈ ਇਹ 196 ਡੈਥਸ ਕੁੱਲ ਹੋ ਚੁੱਕੀਆਂ ਹਨ। ਤੇ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਜਿਹੜੀਆਂ ਹੈਗੀਆਂ 5 ਡੈਥਸ ਹੋ ਚੁੱਕੀਆਂ ਹਨ। ਤੇ ਡੈਥਸ ਅਸੀਂ ਜੇ ਅਸੀਂ ਇਹਨੂੰ ਜਿਹੜਾ ਧਿਆਨ ਨਾਲ ਦੇਖੀਏ ਤੇ ਜਿਨ੍ਹਾਂ ਲੋਕਾਂ ਨੂੰ ਹੋਰ ਤਕਲੀਫਾਂ ਹਨ, ਹੋਰ ਕਰੋਨਿਕ ਡਿਜ਼ੀਜ਼ਸ ਹਨ, ਕੋਮੋਰਬਿਡਿਟੀਜ਼ ਹੈਗੀਆਂ, ਇਹ ਜਿਹੜਾ ਕਰੋਨਾ ਵਾਇਰਸ ਹੈ ਉਹਨਾਂ ਦੀ ਕਿਉਂਕਿ ਇਮਿਊਨ ਸਿਸਟਮ ਉਹਨਾਂ ਦਾ ਡਾਊਨ ਹੋਇਆ ਹੁੰਦਾ ਹੈਗਾ ਤੇ ਉਹਨਾਂ ਤੇ ਜ਼ਿਆਦਾ ਜਿਹੜਾ ਹੈ ਇਹ ਅਟੈਕ ਕਰਦਾ ਹੈਗਾ। ਉਹਦੇ ਨਾਲ ਫਿਰ ਕੀ ਹੁੰਦਾ ਹੈਗਾ, ਉਹ ਅੱਗੇ ਹੀ ਜਿਹੜੇ ਹੈ ਸਰੀਰਕ ਤੌਰ ਤੇ ਉਹ ਜਿਹੜੇ ਹੁੰਦੇ ਬਿਮਾਰੀ ਹੁੰਦੀ ਹੈ, ਇਮਿਊਨ ਸਿਸਟਮ ਉਹਨਾਂ ਦਾ ਬੜਾ ਲੋ ਹੋਇਆ ਹੁੰਦਾ ਤੇ ਫਿਰ ਬਹੁਤ ਹੀ ਘਾਤਕ ਔਰ ਬਹੁਤ ਕਹਿ ਲਓ ਵੀ ਇਹ ਮੁੜ ਕੇ ਇਹ ਜਾਨਲੇਵਾ ਬਣ ਜਾਂਦਾ ਹੈ। ਸੋ ਅੱਜ ਵੀ ਜਿਹੜੀਆਂ 5 ਡੈਥਸ ਹੋਈਆਂ ਹਨ ਤੇ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਥੋੜਾ ਪੋਜ਼ਿਟਿਵ ਹੋ ਕੇ ਸੋਚਣ ਵਾਲੀ ਗੱਲ ਕਰੀਏ ਤੇ ਆਪਣੇ ਬਹੁਤ ਸਾਰੇ ਇੱਦਾਂ ਦੇ ਕੇਸ ਹੈਗੇ ਆ ਜਿਹੜੇ ਕਰੋਨਾ ਹੋਣ ਤੋਂ ਬਾਅਦ ਜਿਹੜੇ ਹੈਗੇ ਉਹ ਠੀਕ ਵੀ ਹੋ ਗਏ, ਨਾਰਮਲ ਹੋ ਗਏ, ਆਪਣੀ ਨਾਰਮਲ ਲਾਈਫ ਹੁਣ ਜਿਹੜੀ ਹੈ ਉਹ ਲੀਡ ਕਰ ਰਹੇ ਹੈਗੇ। ਬਟ ਇਹਦੇ ਵਿੱਚ ਇਹ ਹੈ ਕਿ ਜਿੱਥੇ ਕਿਤੇ ਇਹ ਲੰਗਸ ਨੂੰ ਅਫੈਕਟ ਕਰ ਗਿਆ ਹੈਗਾ ਤੇ ਲੰਗਸ ਵਿੱਚ ਇਹ ਫੇਫੜਿਆਂ ਵਿੱਚ ਪੈਚਸ ਛੱਡ ਜਾਂਦਾ ਹੈਗਾ, ਫਿਰ ਉਸ ਵਿਅਕਤੀ ਨੂੰ ਕੁਝ ਨਾ ਕੁਝ ਹੌਲੀ ਹੌਲੀ ਥੋੜ੍ਹੀਆਂ ਪ੍ਰੋਬਲਮਸ ਜਿਹੜੀਆਂ ਹੈ ਉਹ ਰਹਿੰਦੀਆਂ ਹਨ। ਸੋ ਇਹ ਜ਼ਰੂਰੀ ਹੈ ਇਸ ਤੋਂ ਬਚਾਅ ਰੱਖਣ ਦੀ। ਅਸੀਂ ਇਹਦੇ ਵਿੱਚ ਜੇ ਮੋਗਾ ਜ਼ਿਲ੍ਹੇ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਟੈਸਟਿੰਗ ਵੀ ਅਸੀਂ ਸੈਂਪਲਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਵੀ ਲਗਾਤਾਰ ਕਰ ਰਹੇ ਹਾਂ। ਤੇ ਇਹਦੇ ਵਿੱਚ ਜੇ ਮੈਂ ਕਹਾਂ ਕਿ ਕਰੋਨਾ ਹੁਣ ਆ ਗਿਆ ਹੈ, ਆਪਾਂ ਨੂੰ ਇਹਦੇ ਤੋਂ ਹੁਣ ਕਿਵੇਂ ਆਪਾਂ ਇਸ ਤੋਂ ਬਚਣਾ ਹੈਗਾ, ਆਪਾਂ ਆਪਣੀ ਲਾਈਫ ਨੂੰ, ਆਪਣੀ ਰੋਜ਼ਮर्रा ਦੀ ਜ਼ਿੰਦਗੀ ਨੂੰ ਆਪਾਂ ਕਿਵੇਂ ਜਿਹੜਾ ਹੈ ਲੀਡ ਕਰਨਾ ਹੈ, ਤਾਂ ਉਹਦਾ ਇਹੀ ਸਭ ਤੋਂ ਵਧੀਆ ਤਰੀਕਾ ਹੈ ਕਿ ਸਮੇਂ ਸਿਰ 2 ਹਫ਼ਤੇ ਬਾਅਦ ਜਾਂ 3 ਹਫ਼ਤੇ ਬਾਅਦ ਇੱਕ ਵਾਰੀ ਆਪਣੀ ਸੈਂਪਲਿੰਗ ਕਰਾ ਲੈਣੀ ਚਾਹੀਦੀ ਹੈਗੀ। ਵੈਕਸੀਨ ਆਪਣੀ ਵਾਰੀ ਆਉਣ 'ਤੇ ਫਟਾਫਟ ਕਰਾ ਲੈਣੀ ਚਾਹੀਦੀ ਹੈ ਆਪਣੇ ਔਰ ਆਪਣੇ ਪਰਿਵਾਰ ਦੀ, ਤੇ ਇਹਦੇ ਵਿੱਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ। ਵੈਕਸੀਨ ਆਪਾਂ ਜੇ ਕਰਵਾ ਵੀ ਲਈ ਹੈ ਤਾਂ ਫਿਰ ਵੀ ਜਿਹੜਾ ਹੈ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ।
ਆਪਣੀਆਂ ਮੈਂ ਜੇ ਤੁਹਾਨੂੰ ਮਾਸਕ ਦੀ ਇੱਕ ਜਿਹੜੀ ਹੈਬਿਟ ਦੀ ਮੈਂ ਗੱਲ ਕਰਾਂ ਤੇ ਆਪਣੇ ਬਹੁਤ ਸਾਰੇ ਮੁਲਕ ਇੱਦਾਂ ਦੇ ਨੇ ਜਿਵੇਂ ਜਾਪਾਨ ਹੋ ਗਿਆ, ਸਿੰਗਾਪੁਰ ਹੋ ਗਿਆ, ਉਹ ਕਰੋਨਾ ਆਉਣ ਤੋਂ ਪਹਿਲਾਂ ਵੀ ਜਿੱਥੇ ਕਿਤੇ ਜਨਤਕ ਥਾਵਾਂ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਉਹ ਆਪਣੇ ਆਪ ਹੀ ਮਾਸਕ ਪਾ ਲੈਂਦੇ ਨੇ। ਜਿੱਥੇ ਉਹ ਪਬਲਿਕ ਟਰਾਂਸਪੋਰਟ 'ਚ, ਟ੍ਰੇਨਾਂ 'ਚ ਜਾਂ ਬੱਸਾਂ 'ਚ ਟਰੈਵਲ ਕਰਦੇ ਹੈ ਜਾਂ ਕਿਸੇ ਨੂੰ ਹਸਪੀਟਲ ਵਿਜ਼ਿਟ ਕਰਨਾ ਪੈਂਦਾ ਹੈ, ਉਹ ਆਪਣੀ ਉਹਨਾਂ ਨੇ ਇੱਕ ਅੱਛੀ ਹੈਬਿਟ ਬਣਾਈ ਹੋਈ, ਉਹ ਮਾਸਕ ਪਾ ਕੇ ਰੱਖਦੇ ਹੈ। ਸੋ ਮਾਸਕ ਪਾਉਣ ਨਾਲ ਮਤਲਬ ਥੋੜ੍ਹੀ ਜਿਹੀ, ਕਿਉਂਕਿ ਆਪਣੇ ਲਈ ਇਹ ਕਨਸੈਪਟ ਜਿਹੜਾ ਹੈ ਨਵਾਂ ਹੈਗਾ, ਥੋੜ੍ਹੀ ਸ਼ੁਰੂ 'ਚ ਔਖ ਹੁੰਦੀ ਹੈਗੀ, ਲੇਕਿਨ ਇਹ ਜਿਵੇਂ ਆਪਾਂ ਘੜੀ ਲਾ ਲੈਂਦੇ ਹਾਂ ਜਾਂ ਪੈਂਟ 'ਚ ਬੈਲਟ ਪਾ ਲੈਂਦੇ ਹਾਂ, ਇਹ ਮਾਸਕ ਵੀ ਹੁਣ ਆਪਾਂ ਨੂੰ ਆਪਣੀ ਇੱਕ ਲਾਈਫ ਸਟਾਈਲ ਬਣਾ ਕੇ ਚੱਲਣਾ ਪਏਗਾ ਜਿੰਨੀ ਦੇਰ ਤੱਕ ਇਹ ਪ੍ਰੋਬਲਮ ਹੈਗੀ ਹੈ। ਸੋ ਮਾਸਕ ਪਾ ਕੇ ਰੱਖੀਏ, ਸੈਂਪਲਿੰਗ ਕਰਾਉਂਦੇ ਰਹੀਏ, ਵੈਕਸੀਨੇਸ਼ਨ ਕਰਾ ਲਈਏ, ਔਰ ਥੋੜ੍ਹਾ ਜਿਹਾ ਜਿਹੜਾ ਫਾਲਤੂ ਦਾ ਜਿਹੜਾ ਪਬਲਿਕ ਪਲੇਸ ਤੇ ਜਨਤਕ ਥਾਵਾਂ ਤੇ ਜਿੱਥੇ ਰਸ਼ ਹੁੰਦਾ ਹੈਗਾ ਉੱਥੇ ਆਪਣਾ ਆਉਣਾ ਜਾਣਾ ਥੋੜ੍ਹਾ ਜਿਹਾ ਘਟਾ ਦਿਆਂਗੇ ਤੇ ਆਪਾਂ ਆਪਣੇ ਆਪ ਨੂੰ ਇਸ ਨੂੰ ਬਚਾ ਸਕਦੇ ਹਾਂ। ਇਹ ਤੋਂ ਇਲਾਵਾ ਜਿਹੜਾ ਹੈ ਅਸੀਂ ਮੋਗਾ ਜ਼ਿਲ੍ਹੇ ਵਿੱਚ ਸਾਡੀਆਂ 13 ਇਹੋ ਜਿਹੇ ਹਸਪੀਟਲ ਨੇ ਸਰਕਾਰੀ ਔਰ ਜ਼ਿਆਦਾਤਰ ਜਿਹੜੇ ਗੈਰ ਸਰਕਾਰੀ, ਜਿੱਥੇ ਲੈਵਲ 2 ਔਰ ਲੈਵਲ 3 ਦੀ ਜਿਹੜੀ ਹੈ ਇਹ ਆਪਾਂ ਨੂੰ ਹੈਲਥ ਫੈਸਿਲਿਟੀ ਅਵੇਲੇਬਲ ਹੈ। ਉੱਥੇ ਆਪਾਂ ਨੂੰ ਬੈਡਸ ਵੀ ਅਵੇਲੇਬਲ ਹੈ ਤੇ ਸਰਕਾਰ ਜਿਹੜਾ ਆਪਣਾ ਸਿਵਲ ਹਸਪੀਟਲ ਹੈ ਉੱਥੇ ਵੀ ਜਿਹੜੇ ਆਪਣੇ ਕੋਲ ਜਿਹੜੇ ਹੈ ਕੋਵਿਡ ਹਸਪੀਟਲ ਦਾ ਇੱਕ ਕੋਵਿਡ ਵਾਰਡ ਬਣਾਇਆ ਹੈ, ਜਿੱਥੇ ਕਿ ਮਰੀਜ਼ ਆਉਂਦੇ ਵੀ ਹੈ ਜਿਹੜੇ ਕਿ ਲੈਵਲ 2 'ਚ ਆ ਜਾਂਦੇ ਹੈਗੇ ਉਸ ਕੈਟਾਗਰੀ 'ਚ, ਤੇ ਉਹਨਾਂ ਦਾ ਦੇਖਭਾਲ ਵੀ ਕੀਤਾ ਹੈ ਆਪਣੇ ਕੀਤਾ ਜਾਂਦਾ ਹੈ। ਔਰ ਆਪਣੇ ਬਹੁਤ ਜ਼ਿਆਦਾ ਜਿਹੜੇ ਪੋਜ਼ਿਟਿਵ ਆਏ ਸੀ ਕੇਸ, ਉਹ ਕਾਫੀ ਸਾਰੇ ਜਿਹੜੇ ਹੈ ਉਹ ਕਿਉਰ ਹੋ ਕੇ ਠੀਕ ਹੋ ਗਏ, ਆਪਣੇ ਘਰ ਹੀ ਵਾਪਸ ਚਲੇ ਗਏ ਹੈ। ਔਰ ਇਹਦੇ ਵਿੱਚ ਇਹ ਹੈ ਕਿ ਇਸ ਸਟ੍ਰੇਨ ਵਿੱਚ ਇਸ ਸਾਲ ਸਰਕਾਰ ਦਾ ਜਿਹੜਾ ਹੈਲਥ ਪ੍ਰੋਟੋਕਾਲ ਹੈ ਉਹਦੇ ਵਿੱਚ ਇਸ ਗੱਲ ਤੇ ਮਤਲਬ ਕਿਉਂਕਿ ਹਰੇਕ ਬੰਦਾ ਜਿਹੜਾ ਹੈਗਾ ਉਹ ਹਸਪੀਟਲ ਤੋਂ ਸਭ ਨੱਕਦੇ ਹੈ ਵੀ ਚਲੋ ਹਸਪੀਟਲ ਤੋਂ ਦੂਰ ਹੀ ਰਿਹਾ ਜਾਵੇ ਤਾਂ ਅੱਛੀ ਗੱਲ ਹੈ। ਸੋ ਜਿੱਥੇ ਕੋਵਿਡ ਕੇਸਿਸ ਜਿਹੜੇ ਮਾਈਲਡ ਹਨ, ਸ਼ੁਰੂਆਤ ਮਾਈਲਡ ਤੋਂ ਹੀ ਹੁੰਦੀ ਹੈ, ਉਹਨਾਂ ਨੂੰ ਘਰ ਵਿੱਚ ਜਿਹੜਾ ਇਕਾਂਤਵਾਸ ਕਰਨ ਦਾ ਜਿਹੜਾ ਹੈ ਉਹ ਪ੍ਰੋਟੋਕਾਲ ਕਹਿੰਦਾ ਹੈ ਵੀ ਉਹ ਘਰ ਵਿੱਚ ਹੀ ਇਕਾਂਤਵਾਸ 'ਚ ਹੋ ਜਾਵੇ। ਤੇ ਸਾਡੀ ਜਿਹੜੀ ਇੱਕ ਸਾਡਾ ਜਿਹੜਾ ਕੋਵਿਡ ਸੈੱਲ ਹੈ ਉਹਦੇ ਵਿੱਚ ਇੱਕ ਅਸੀਂ ਕੋਵਿਡ ਪੇਸ਼ੈਂਟ ਟਰੈਕਿੰਗ ਆਫਿਸਰ ਜਿਹੜਾ ਹੈ ਉਹ ਅਪਾਇੰਟ ਕੀਤਾ ਹੋਇਆ। ਉਸ ਸੈੱਲ ਵਿੱਚੋਂ ਸਾਰੇ ਜਿਹੜੇ ਵੀ ਕੋਵਿਡ ਪੇਸ਼ੈਂਟ ਹੈ ਉਹਨਾਂ ਨੂੰ ਟਾਈਮ ਬਾਈ ਟਾਈਮ ਫੋਨ ਜਾਂਦਾ ਹੈ, ਉਹਨਾਂ ਨੂੰ ਜਿਹੜੀਆਂ ਕੋਵਿਡ ਕਿਟਸ ਹੈ, ਫਤਿਹ ਕਿੱਟ ਜਿਹੜੀ ਹੈ, ਫਤਿਹ ਕਿੱਟ ਪ੍ਰੋਵਾਈਡ ਕੀਤੀ ਜਾਂਦੀ ਹੈ। ਫਤਿਹ ਕਿੱਟ ਵਿੱਚ ਆਕਸੀਮੀਟਰ ਵੀ ਹੈ ਔਰ ਤੁਹਾਡਾ ਸਟੀਮਰ ਵੀ ਹੈ ਔਰ ਦਵਾਈਆਂ ਵੀ ਹਨ, ਐਲੋਪੈਥੀ ਦੀਆਂ ਵੀ ਹਨ ਔਰ ਕੁਝ ਆਯੁਰਵੈਦਿਕ ਮੈਡੀਸਨਸ ਵੀ ਹਨ, ਮਾਸਕ ਵੀ ਹਨ, ਜਿਹਦੀ ਵਰਤੋਂ ਜਿਹੜਾ ਹੈਗਾ ਉਹ ਕੋਵਿਡ ਪੋਜ਼ਿਟਿਵ ਪੇਸ਼ੈਂਟ ਆ ਉਹ ਕਰ ਸਕਦਾ ਹੈਗਾ। ਉਹਦੇ ਨਾਲ ਕਾਫੀ ਜਿਹੜਾ ਹੈ ਲਾਭ ਮਿਲਦਾ ਹੈ। ਔਰ ਜਿਹੜਾ ਪਹਿਲਾਂ ਪ੍ਰੋਟੋਕਾਲ ਹੁੰਦਾ ਸੀ ਵੀ 17 ਦਿਨ ਆਪਣੇ ਆਪ ਨੂੰ ਇਕਾਂਤਵਾਸ 'ਚ ਰੱਖਣਾ, ਹੁਣ ਉਹ ਘੱਟ ਕੇ ਜਿਹੜਾ ਹੈ ਉਹ 10 ਦਿਨਾਂ ਦਾ ਹੋ ਗਿਆ। ਸੋ 10 ਦਿਨਾਂ ਦੇ ਵਿੱਚ ਆਪਣੀ ਡਾਈਟ ਠੀਕ ਰੱਖ ਕੇ, ਮੈਡੀਸਨ ਲੈ ਕੇ ਔਰ ਇਹਤਿਆਤ ਵਰਤ ਕੇ ਉਹ ਜਿਹੜਾ ਵੀ ਕੋਵਿਡ ਪੇਸ਼ੈਂਟ ਹੁੰਦਾ ਹੈ ਉਹ ਠੀਕ ਹੋ ਜਾਂਦਾ ਹੈ। ਔਰ ਹੁਣ ਤਾਂ ਠੀਕ ਹੋਣ ਤੋਂ ਬਾਅਦ ਵੀ ਸਾਡੀ ਇਹ ਹੁਣ ਕੋਸ਼ਿਸ਼ ਹੈ ਆਉਣ ਵਾਲੇ ਸਮੇਂ 'ਚ ਜਿੱਥੇ ਕੋਵਿਡ ਕੋਈ ਨਾ ਕੋਈ ਆਪਣੇ ਟ੍ਰੇਸਿਸ ਜ਼ਿਆਦਾ ਛੱਡ ਗਿਆ ਹੈਗਾ, ਜ਼ਿਆਦਾ ਇਨਸਾਨੀ ਸਿਹਤ ਨਾਲ ਜਿਹੜਾ ਹੈ ਉਹ ਨੁਕਸਾਨ ਕਰ ਗਿਆ ਹੈਗਾ, ਅਸੀਂ ਹੁਣ ਇਹ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਵੀ ਇੱਕ ਜਿਹੜੀ ਹੈ ਇੱਕ ਸਪੈਸ਼ਲ ਜਿਹੜੀ ਹੈ ਟੀਮ ਲਗਾ ਕੇ ਤੇ ਉਹਨਾਂ ਨੂੰ ਮਦਦ ਕੀਤੀ ਜਾਵੇ। ਇਹਦੇ ਵਿੱਚ ਮਿਨਿਸਟਰੀ ਆਫ ਆਯੂਸ਼ ਦਾ ਵੀ ਇੱਕ ਪ੍ਰੋਟੋਕਾਲ ਆਇਆ ਹੈਗਾ ਕਿ ਠੀਕ ਹੋਣ ਤੋਂ ਬਾਅਦ ਜਿਹੜੀ ਆਯੁਰਵੈਦਿਕ ਮੈਡੀਸਨ ਦੇ ਨਾਲ ਵੀ ਇਹਨੂੰ ਜਿਹੜੀ ਹੈ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਹੈ, ਬਾਡੀ ਦੇ ਜਿਹੜਾ ਲੰਗਸ ਦਾ ਜਿੰਨਾ ਕੁ ਨੁਕਸਾਨ ਹੋਇਆ ਉਹਨੂੰ ਠੀਕ ਕੀਤਾ ਜਾ ਸਕਦਾ। ਸਿਰਫ ਜਿਵੇਂ ਆਕਸੀਜਨ ਦੀ ਕਾਫੀ ਘਾਟ ਰਹੀ ਹੈ, ਤਾਂ ਆਪਣੇ ਜ਼ਿਲ੍ਹੇ 'ਚ ਆਕਸੀਜਨ ਦੀ ਕੀ ਤਰੀਕੇ ਨਾਲ? ਆਪਣੇ ਜ਼ਿਲ੍ਹੇ ਵਿੱਚ ਹੁਣ ਆਕਸੀਜਨ ਦੀ ਸ਼ੁਰੂ 'ਚ ਜਦੋਂ ਇਹ ਕੇਸਿਸ ਵੱਧ ਗਏ ਸੀਗੇ ਔਰ ਆਕਸੀਜਨ ਦੀ ਘਾਟ ਹੋਣੀ ਸ਼ੁਰੂ ਹੋ ਗਈ ਸੀ ਤੇ ਸਟੇਟ ਗਵਰਨਮੈਂਟ ਨੇ ਇੱਕ ਆਪਣਾ ਜਿਹੜਾ ਸਟੇਟ ਕੋਵਿਡ ਕੰਟਰੋਲ ਰੂਮ ਹੈ ਉਹਨੇ ਆਪਣੇ ਜ਼ਿੰਮੇ ਲੈ ਲਿਆ ਸਾਰਾ ਕੁਝ, ਤੇ ਜਿੰਨੀ ਵੀ ਆਕਸੀਜਨ ਦੀ ਸਪਲਾਈ ਸੀ ਜਿਹੜੀ ਬਾਹਰਲੀ ਸਟੇਟਸ ਤੋਂ ਆਉਂਦੀ ਸੀ ਉਹਨੂੰ ਉਹਨਾਂ ਨੇ ਮੋਨੀਟਰ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਆਪਣੇ 22 ਦੇ 22 ਜ਼ਿਲ੍ਹਿਆਂ 'ਚੋਂ ਡਿਮਾਂਡ ਜਿਹੜੀ ਹੈ ਆਪਣੇ ਸਰਕਾਰੀ ਔਰ ਗੈਰ ਸਰਕਾਰੀ ਹਸਪਤਾਲਾਂ ਤੋਂ ਡਿਮਾਂਡ ਇਕੱਠੀ ਕਰਕੇ ਉਹਨੂੰ ਕੰਪਾਈਲ ਕਰਕੇ ਤੇ ਸਟੇਟ ਕੋਵਿਡ ਕੰਟਰੋਲ ਰੂਮ ਤੇ ਅਸੀਂ ਆਪਣੀ ਡਿਮਾਂਡ ਪ੍ਰੋਜੈਕਟ ਕਰਦੇ ਹੁੰਦੇ ਸੀਗੇ ਤੇ ਉੱਥੋਂ ਦੀ ਜਿਹੜੀ ਐਲੋਕੇਸ਼ਨ ਹੁੰਦੀ ਸੀ ਫਿਰ ਉੱਥੋਂ ਜਦੋਂ ਵੀ ਬਾਈ ਏਅਰ ਜਿਹੜਾ ਹੈ ਬੁਕਾਰੋ ਤੋਂ ਜਾਂ ਹੋਰ ਕਿਸੇ ਥਾਂ ਤੋਂ ਇਹ ਆਕਸੀਜਨ ਜਿਹੜੀ ਹੈ ਬਾਈ ਏਅਰ ਆਉਂਦੀ ਸੀ ਤੇ ਟੈਂਕਰਾਂ ਵਿੱਚ ਭਰ ਕੇ ਤੇ ਇੱਥੋਂ ਜਦੋਂ ਸਾਡੇ ਕੋਲ ਮੋਗੇ ਆਉਂਦੀ ਸੀ ਤੇ ਅਸੀਂ ਸੈਂਟਰਲਾਈਜ਼ ਸਿਸਟਮ ਐਸਡੀਐਮ ਮੋਗਾ ਨੂੰ ਇਹਦਾ ਨੋਡਲ ਆਫੀਸਰ ਲਗਾਇਆ ਗਿਆ ਸੀਗਾ ਔਰ ਅਸੀਂ
ਜਿੰਨੀ ਡਿਮਾਂਡ ਹੁੰਦੀ ਸੀ ਉਨੀ ਜਿਹੜੀ ਹੈ ਸਾਰੇ ਹਸਪੀਟਲਸ ਨੂੰ ਐਲੋਕੇਟ ਕਰ ਦਿੰਦੇ ਹੁੰਦੇ ਸੀਗੇ। ਫਿਰ ਉਹ ਦੇਖਦਿਆਂ ਉਹ ਸਿਸਟਮ ਅਸੀਂ ਇੰਨਾ ਉਹਨੂੰ ਰੋਬਸਟ ਇੰਨਾ ਵਧੀਆ ਕਰ ਲਿਆ ਕਿ ਮੁੜ ਕੇ ਕਦੀ ਸਾਡੇ ਕੋਲ ਇਹੋ ਜਿਹੀ ਕਿਤੇ ਕੋਈ ਪ੍ਰੋਬਲਮ ਨਹੀਂ ਆਈ। ਸ਼ੁਰੂ 'ਚ ਕਿਤੇ ਪ੍ਰੋਬਲਮ ਆਈ ਸੀਗੀ, ਲੇਕਿਨ ਜਿੱਥੇ ਵੀ ਪ੍ਰਾਈਵੇਟ ਹਸਪੀਟਲ 'ਚ ਆਈ ਸੀ ਅਸੀਂ ਸਿਵਲ ਹਸਪੀਟਲ ਤੋਂ ਜਿਹੜੇ ਹੈ ਸਿਲੰਡਰ ਜਿਹੜੇ ਹੈਗੇ ਇਮੀਡੀਏਟਲੀ ਉੱਥੇ ਪ੍ਰੋਵਾਈਡ ਕਰ ਦਿੱਤੇ। ਅਸੀਂ ਮੈਂ ਇਹ ਗੱਲ ਕਹਿੰਦੇ ਹੋਏ ਮੈਂ ਫਖਰ ਮਹਿਸੂਸ ਕਰਦਾ ਹਾਂ ਕਿ ਅਸੀਂ ਆਕਸੀਜਨ ਨੂੰ ਲੈ ਕੇ ਮੋਗਾ ਜ਼ਿਲ੍ਹੇ ਵਿੱਚ ਕਿਸੇ ਪੇਸ਼ੈਂਟ ਦੀ ਜਾਨ ਨਹੀਂ ਗਈ ਹੈਗੀ। ਇਹ ਪਰਮਾਤਮਾ ਦਾ ਵੀ ਸਾਡੇ 'ਤੇ ਆਸ਼ੀਰਵਾਦ ਰਿਹਾ। ਕੁਝ ਅਸੀਂ ਜਿਹੜੀ ਹੈ ਪਲੈਨਿੰਗ ਕਰਕੇ ਮਿਹਨਤ ਕਰਕੇ ਥੋੜ੍ਹੀ ਜਿਹੀ ਮੌਕੇ ਨੂੰ ਅੱਛੀ ਤਰ੍ਹਾਂ ਉਹਦੀ ਨਜ਼ਾਕਤ ਵੇਖਦੇ ਉਹਨੂੰ ਸਾਂਭ ਲਿਆ ਤੇ ਕਿਸੇ ਦੀ ਆਕਸੀਜਨ ਦੀ ਘਾਟ ਨਾਲ ਡੈਥ ਨਹੀਂ ਹੋਈ। ਸਰ ਜਿਹੜੀ ਵੈਕਸੀਨ ਦੀ ਘਾਟ ਦੇ ਕਾਰਨ ਥੋੜ੍ਹਾ ਜਿਹਾ ਇਹ ਹੈ ਕਿ ਕਿਉਂਕਿ ਇਹ ਸਪਲਾਈ ਗਵਰਨਮੈਂਟ ਆਫ ਇੰਡੀਆ ਤੋਂ ਆ ਰਹੀ ਹੈ ਤੇ ਹੁਣ ਉਹ ਸ਼ੁਰੂਆਤ ਵਿੱਚ ਵੈਕਸੀਨ ਨੂੰ ਲੈ ਕੇ ਕਈ ਸਾਰੇ ਭਰਮ ਸੀਗੇ ਲੋਕਾਂ ਦੇ ਦਿਲਾਂ ਵਿੱਚ। ਉਦੋਂ ਵੈਕਸੀਨ ਦੀ ਅਵੇਲੇਬਿਲਿਟੀ ਜ਼ਿਆਦਾ ਸੀ, ਉਦੋਂ ਜਿਹੜੇ ਬੈਨੀਫਿਸ਼ਰੀ ਉਹ ਮੂਹਰੇ ਨਹੀਂ ਸੀ ਆ ਰਹੇ ਤੇ ਜਿੱਦਾਂ ਉਹ ਭਰਮ ਦੂਰ ਹੋਏ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਵੈਕਸੀਨੇਸ਼ਨ ਜਿਹੜੀ ਹੈ ਇਹ ਦੂਜੀਆਂ ਬਿਮਾਰੀਆਂ ਜਿਵੇਂ ਆਪਾਂ BCG ਦੀ ਹੋ ਗਈ ਵੈਕਸੀਨ ਜਾਂ ਪੋਲੀਓ ਡ੍ਰੌਪਸ ਹੋ ਗਏ ਹੈਗੇ, ਇਹ ਵੀ ਉਸੇ ਹੀ ਤਰ੍ਹਾਂ ਇੱਕ ਵੈਕਸੀਨੇਸ਼ਨ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਉਦੋਂ ਦਾ ਥੋੜ੍ਹਾ ਜਿਹਾ ਰਸ਼ ਜ਼ਿਆਦਾ ਪੈ ਗਿਆ ਹੈਗਾ, ਵੈਕਸੀਨੇਸ਼ਨ ਪਿੱਛੋਂ ਘੱਟ ਆ ਰਹੀ ਹੈ। ਲੇਕਿਨ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਥੋੜ੍ਹੀਆਂ ਕੈਟੇਗਰੀਜ਼ ਬਣਾ ਕੇ ਅਸੀਂ ਵਾਰੀ ਸਿਰ ਸਾਰਿਆਂ ਨੂੰ ਜਿਹੜਾ ਹੈ ਕਵਰ ਕਰ ਦਈਏ। ਇਹਨੂੰ ਜੇ ਇੱਕਦਮ ਖੋਲ੍ਹਿਆ ਜਾਂਦਾ ਹੈਗਾ ਤੇ ਫਿਰ ਉਹ ਇੰਨੇ ਵੱਡੇ ਲੋਟ ਨੂੰ ਇੰਨੇ ਵੱਡੇ ਰਸ਼ ਨੂੰ ਸਾਂਭਣਾ ਜਿਹੜਾ ਹੈ ਮੁਸ਼ਕਲ ਹੋ ਜਾਏਗਾ। ਵੈਕਸੀਨ ਘੱਟ ਆ ਰਹੀ ਹੈ ਲੇਕਿਨ ਨਿਰੰਤਰ ਆ ਰਹੀ ਹੈ, ਲਗਾਤਾਰ ਆ ਰਹੀ ਹੈ ਤੇ ਅਸੀਂ ਹਰ ਰੋਜ਼ ਜਿਹੜਾ ਹੈ ਕੁਝ ਨਾ ਕੁਝ ਕਵਰ ਕਰਦੇ ਹਾਂ। ਜੇ ਵੈਕਸੀਨ ਦਾ ਨੰਬਰ ਦੀ ਮੈਂ ਗੱਲ ਕਰਾਂ ਤੇ ਹੁਣ ਤੱਕ ਮੋਗੇ ਜ਼ਿਲ੍ਹੇ ਵਿੱਚ 1,15,000 ਦੇ ਕਰੀਬ ਜਿਹੜੀ ਹੈ ਵੈਕਸੀਨੇਸ਼ਨ ਹੋ ਚੁੱਕੀ ਹੈ ਤੇ ਜਿਹੜਾ 18 ਤੋਂ 44 ਸਾਲ ਦੇ ਗਰੁੱਪ ਦੇ ਜਿਹੜੇ ਵਿਅਕਤੀ ਹਨ ਉਹਨਾਂ ਨੂੰ ਤਕਰੀਬਨ 8600 ਵੈਕਸੀਨ ਲੱਗ ਚੁੱਕੀ ਹੈ। ਸੋ ਇਹ ਹੁਣ ਹੌਲੀ ਜਿਹੜਾ ਹੈ ਇਹ ਮੈਨੂੰ ਉਮੀਦ ਹੈ ਆਉਂਦੇ ਦਿਨਾਂ 'ਚ ਕੁਝ ਮਹੀਨਿਆਂ 'ਚ ਇਹ ਸਾਰੇ ਦਾ ਸਾਰਾ ਆਪਾਂ ਨੂੰ ਕਵਰ ਕਰਾਂਗੇ। ਸੱਚੋ ਜਿਵੇਂ ਡੀ ਸਾਹਿਬ ਨੇ ਦੱਸਿਆ ਹੈਗਾ ਵੀ ਜਿਹੜੀ ਮੂੰਗੀ ਦਾ ਨੁਕਸਾਨ ਕਾਫੀ ਹੋ ਗਿਆ, ਮੱਕੀ ਦਾ ਨੁਕਸਾਨ ਕਾਫੀ ਹੋ ਗਿਆ, ਇਹਦੇ ਸੰਬੰਧ ਤੁਹਾਡੇ ਕੋਲ ਕੋਈ ਰਿਪੋਰਟ ਹੈ ਜੀ? ਇਹਦੇ ਸੰਬੰਧ ਵਿੱਚ ਤੁਸੀਂ ਸਹੀ ਕਿਹਾ ਵੀ ਕੁਝ ਪਿੰਡਾਂ ਵਿੱਚ ਗੜੇਮਾਰ ਹੋਈ ਹੈ, ਉਹਦੇ ਨਾਲ ਕੁਝ ਨੁਕਸਾਨ ਹੋਇਆ ਹੈ। ਉਹਦੇ ਬਾਰੇ SDM ਬਾਘਾ ਪੁਰਾਣਾ ਨੂੰ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਇੱਕ ਵਾਰੀ ਇਹਨੂੰ ਜਿਹੜਾ ਹੈ ਸਾਰੇ ਜਿਹੜਾ ਨੁਕਸਾਨ ਹੈਗਾ ਇਹ ਰੀਚੈਕ ਕਰਾ ਲੈਣ ਤੇ ਇਹਦੇ ਵਾਸਤੇ ਅਗਰ ਸਪੈਸ਼ਲ ਗਿਰਦਾਵਰੀ ਵੀ ਸਾਨੂੰ ਅਨਾਉਂਸ ਕਰਨੀ ਪਈ ਤਾਂ ਅਸੀਂ ਇੱਕ ਵਾਰੀ ਪ੍ਰੀਲਿਮਿਨਰੀ ਰਿਪੋਰਟ ਲੈ ਕੇ ਤਾਂ ਉਹ ਵੀ ਅਸੀਂ ਜਿਹੜੀ ਹੈ ਸਪੈਸ਼ਲ ਗਿਰਦਾਵਰੀ ਦੇ ਆਰਡਰ ਨਹੀਂ ਕਰਦੇ। ਅਚਕੋ ਡੀ ਸਾਹਿਬ ਨੇ ਭਰੋਸਾ ਦਵਾਇਆ ਵੀ ਜਿਹੜੇ ਲੋਕ